ਉਹਦਾ ਮੁੰਡੇ ਕਿਸੇ ਨਾਲ ਅਫੇਅਰ ਚੱਲਦਾ ਸੀ, ਉਸ ਦੀ ਵਜ੍ਹਾ ਤੋਂ ਉਹਨੇ ਸੁਸਾਈਡ ਕੀਤਾ। ਪਹਿਲਾਂ ਇਹਨੇ ਮਤਲਬ ਕਾਫੀ ਦੇਰ ਤੋਂ ਝੂਠ ਬੋਲਦਾ ਰਿਹਾ ਕਿ ਮੈਂ ਮੈਰਿਜ ਤੇਰੇ ਨਾਲ ਕਰਵਾਉਣੀ ਆ, ਤੇ ਇਹ ਮੇਰੇ ਕੋਲ ਆਈ ਵੀ ਸੀ, ਤੇ ਉਸ ਤੋਂ ਬਾਅਦ ਇਹ ਹਫਤਾ ਇੱਕ ਰਹੀ, ਉਦੋਂ ਬਾਅਦ ਇਹਨੇ ਪਿੱਛੋਂ ਮੈਰਿਜ ਕਰਵਾ ਲਈ ਉੱਤੋਂ। ਫਿਰ ਇਹਨੂੰ ਲੋਕਾਂ ਤੋਂ ਪਤਾ ਚੱਲਿਆ ਕਿ ਉਹਨੇ ਮੈਰਿਜ ਕਰਵਾ ਲਈ ਆ, ਤੇ ਫਿਰ ਉਸ ਤੋਂ ਬਾਅਦ ਵੀ ਇਹ ਗੱਲ ਮਤਲਬ ਕਰਦਾ ਰਿਹਾ, ਉਹਨੂੰ ਕਹਿੰਦਾ ਰਿਹਾ ਵਾ ਕਿ ਨਹੀਂ ਮੈਂ ਮੈਰਿਜ ਨਹੀਂ ਕਰਵਾਈ ਵੀ। ਤੇ ਮੈਨੂੰ ਫੋਨ ਤੇ ਮੇਰੀ ਗੱਲ ਹੋਈ, ਕਹਿੰਦੀ ਕਿ ਮੈਂ ਆਉਣਾ ਵਾ, ਤੇ ਮੈਨੂੰ ਫੋਨ ਤੇ ਨੇ ਇਹੀ ਗੱਲ ਕਹੀ ਮੈਂ ਆਉਣਾ, ਤੇ ਪਰ ਬਾਅਦ ਵਿੱਚ ਉਹ ਆਈ ਨਹੀਂ ਨਾਲ। ਤੇ ਫਿਰ ਲਾਗੋ ਸਾਨੂੰ ਜਿਹੜੇ ਮਤਲਬ ਗਵਾਂਢੀ ਸੀ ਉਹਨਾਂ ਨੇ ਫੋਨ ਕੀਤਾ ਕਿ ਉਹ ਮਤਲਬ ਇੱਦਾਂ ਉਹਨੇ ਮਤਲਬ ਗਲ 'ਚ ਚੁੰਨੀ ਪਾ ਕੇ ਫਾਹ ਲੈ ਲਿਆ ਵਾ। ਅੱਜ ਕੋਈ ਲਾਸਟ ਟਾਈਮ ਗੱਲ ਹੋਈ? ਹਾਂਜੀ, ਕਾਲਸ 7 ਆਈਆਂ ਹੋਈਆਂ ਉੱਪਰ, ਹਾਲੇ ਵੀ ਹੈਗੀਆਂ ਵਾ ਫੋਨ ਕੋਲ। ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਇੱਕ ਘਰ ਦੇ ਵਿੱਚ ਬਹੁਤ ਸਾਰੇ ਇਕੱਠ ਦੀਆਂ ਤਸਵੀਰਾਂ ਦੇਖ ਪਾ ਰਹੇ ਹੋਵੋਗੇ, ਤੇ ਇਸ ਇਕੱਠ ਦੇ ਵਿੱਚ ਮੰਜੇ ਦੇ ਉੱਤੇ 19 ਸਾਲਾ ਨੌਜਵਾਨ ਮੁਟਿਆਰ ਦੀ ਲਾਸ਼ ਵੀ ਦੇਖ ਰਹੇ ਹੋਵੋਗੇ। ਇਹਨਾਂ ਦੀਆਂ ਬਹੁਤ ਸਾਰੀਆਂ ਖਬਰਾਂ ਦੇਖਣ ਸੁਣਨ ਨੂੰ ਮਿਲਦੀਆਂ ਕਿ ਬਹੁਤ ਛੋਟੀ ਜਿਹੀ ਉਮਰ ਦੇ ਵਿੱਚ ਨੌਜਵਾਨ ਕੁੜੀਆਂ ਮੁੰਡੇ ਏਡੇ ਏਡੇ ਸੁਪਨੇ ਸਜਾ ਲੈਂਦੇ ਨੇ, ਤੇ ਉਸ ਤੋਂ ਬਾਅਦ ਹਕੀਕਤ ਨੂੰ ਦੇਖਣ ਸੁਣਨ ਦੇ ਲਈ ਤਿਆਰ ਉਹ ਨਹੀਂ ਹੁੰਦੇ, ਤੇ ਨਤੀਜੇ ਕੁਝ ਇੱਦਾਂ ਦੇ ਨਿਕਲਦੇ ਨੇ ਇਹੋ ਜਿਹੇ ਪ੍ਰੇਮ ਪਿਆਰ ਦੇ ਕਿ ਖਮਿਆਜ਼ਾ ਜਿਹੜਾ ਪਰਿਵਾਰ ਨੂੰ ਭੁਗਤਣਾ ਪੈਂਦਾ, ਤੇ ਨੌਜਵਾਨ ਮੁੰਡਾ ਜਾਂ ਕੁੜੀ ਦੋਨੋਂ ਆਪਣੀ ਆਪਣੀ ਰਾਹ ਚੁਣ ਕੇ ਤੁਰਦੇ ਬਣਦੇ ਆ। ਇਹ ਖਬਰ ਜਿਹੜੀ ਆ ਅੰਮ੍ਰਿਤਸਰ ਦੀ ਆ ਰਹੀ ਆ। 19 ਸਾਲਾਂ ਦੀ ਇੱਕ ਕੁੜੀ ਜਿਸ ਦਾ ਕਿਸੇ ਦੇ ਨਾਲ ਪਿਆਰ ਸੀ, ਔਰ ਉਸ ਪਿਆਰ ਦੇ ਵਿੱਚ ਤਕਰੀਬਨ 6 ਸਾਲਾਂ ਤੋਂ ਇੱਕ ਨੌਜਵਾਨ ਦੇ ਨਾਲ ਸੁਪਨੇ ਸਜਾ ਰਹੀ ਸੀ ਜ਼ਿੰਦਗੀ ਬਿਤਾਉਣ ਦੇ। ਨੌਜਵਾਨ ਦੁਬਈ ਤੋਂ ਜਦੋਂ ਆਉਂਦਾ ਹੈ ਤੇ ਆ ਕੇ ਬਹੁਤ ਸਾਰੀਆਂ ਗੱਲਾਂ ਖੁੱਲ੍ਹਦੀਆਂ, ਜਿੱਥੋਂ ਕੁੜੀ ਨੂੰ ਇਹ ਪਤਾ ਲੱਗਦਾ ਹੈ ਕਿ ਇਸ ਨੌਜਵਾਨ ਦਾ ਵਿਆਹ ਹੋਇਆ ਹੈ, ਬੱਚੇ ਵੀ ਆ, ਤੇ ਮੇਰੇ ਨਾਲ ਇਹ ਵਿਆਹ ਨਹੀਂ ਕਰਾਊਗਾ। ਉਸ ਤੋਂ ਬਾਅਦ ਸਭ ਕੁਝ ਮਹੱਤਵਪੂਰਨ ਹੋ ਜਾਂਦਾ, ਬਿਨਾਂ ਮਾਂ-ਬਾਪ ਦੇ, ਬਿਨਾਂ ਮਾਂ-ਬਾਪ ਦੀਆਂ ਰੀਝਾਂ ਦੇ, ਮਾਂ-ਬਾਪ ਦੇ ਸੁਪਨਿਆਂ ਦੇ। ਉਹ ਕੁੜੀ ਇੱਕ ਬੇਹੱਦ ਭਾਵੁਕ ਫੈਸਲਾ ਲੈਂਦੀ ਆ, ਮਨ ਦੀ ਇਸ ਅਵਸਥਾ ਦੇ ਵਿੱਚੋਂ ਜਿੱਤ ਨਹੀਂ ਪਾਉਂਦੀ, ਨਿਕਲ ਨਹੀਂ ਪਾਉਂਦੀ। ਔਰ ਪਰਿਵਾਰ ਜਦੋਂ ਇੱਕ ਫੰਕਸ਼ਨ ਦੇ ਉੱਤੇ ਗਿਆ ਹੁੰਦਾ ਤਾਂ ਉਹ ਕੁੜੀ ਇੱਕ ਇਹੋ ਜਿਹਾ ਫੈਸਲਾ ਲੈਂਦੀ ਆ ਜਿਹੜਾ ਨਾ ਤਾਂ ਪਰਿਵਾਰ ਦੇ ਲਈ ਫਾਇਦੇਮੰਦ ਸਾਬਤ ਹੁੰਦਾ ਤੇ ਨਾ ਪਰਿਵਾਰ ਦੀ ਇੱਜ਼ਤ ਦੇ ਲਈ। ਕੁੜੀ ਸੁਸਾਈਡ ਕਰਦੀ ਆ, ਆਪਣੀ ਚੁੰਨੀ ਦੇ ਨਾਲ ਫਾਹਾ ਲੈ ਲੈਂਦੀ ਆ। ਉਸ ਤੋਂ ਪਹਿਲਾਂ ਆਡੀਓ ਇੱਕ ਵਾਇਰਲ ਕਰਦੀ ਆ। ਉਸ ਆਡੀਓ ਦੇ ਵਿੱਚ ਕੀ ਕਹਿੰਦੀ ਆ, ਇੱਕ ਵਾਰੀ ਉਹ ਸੁਣਦੇ ਆ। ਮੇਰੀ ਮੌਤ ਦਾ ਜ਼ਿੰਮੇਵਾਰ ਜੋਬਨ ਹੋਊਗਾ। ਜੋਬਨ ਨੂੰ ਤੁਸੀਂ ਸਜ਼ਾ ਦਵਾਇਓ। ਮੈਂ ਮਜਬੂਰ ਆਪਣੀ ਕਿਤੇ ਜੇ ਮੈਨੂੰ ਕੁਝ ਵੀ ਸਮਝ ਨਹੀਂ ਲੱਗਣ ਦਿਆ। ਤੁਸੀਂ ਜੋਬਨ ਨੂੰ ਸਜ਼ਾ ਦਵਾਇਓ, ਕਿਉਂਕਿ ਮੇਰੀ ਮਰਨ ਦੀ ਵਜ੍ਹਾ ਜੋਬਨ ਆ, ਸਿਰਫ ਜੋਬਨ। मेरे फोन च फोटोआं वा जोबन दियां ऐप लॉक दा पासवर्ड हैगा वा 7080। ਜੋ ਆਡੀਓ ਤੁਸੀਂ ਸੁਣੀ, ਇਹ ਉਸ ਕੁੜੀ ਦੀ ਆਵਾਜ਼ ਹੈ ਮਰਨ ਤੋਂ ਥੋੜੀ ਦੇਰ ਪਹਿਲਾਂ ਦੀ, ਜਿਹਦੇ ਵਿੱਚ ਉਹ ਇੱਕ ਮੁੰਡੇ ਦਾ ਨਾਮ ਲੈਂਦੀ ਹੈ ਕਿ ਮੁੰਡੇ ਦਾ ਨਾਂ ਜੋਬਨ ਹੈ, ਮੇਰੀ ਮੌਤ ਦਾ ਕਾਰਨ ਉਹੀ ਹੈ, ਮੈਂ ਉਸ ਦੇ ਲਈ ਮਰ ਰਹੀ ਹਾਂ। ਔਰ ਇਹ ਵੀ ਦੱਸਦੀ ਹੈ ਕਿ ਉਸ ਮੁੰਡੇ ਦੀਆਂ ਤਸਵੀਰਾਂ ਮੇਰੇ ਫ਼ੋਨ ਦੇ ਵਿੱਚ ਨੇ, ਔਰ ਐਪ ਲੌਕ ਜਿਹਦੇ ਵਿੱਚ ਤਸਵੀਰਾਂ ਰੱਖੀਆਂ ਹੋਈਆਂ ਨੇ ਜਿਸ ਫੋਲਡਰ ਦੇ ਵਿੱਚ, ਉਹਦਾ ਪਾਸਵਰਡ ਵੀ ਬੋਲਦੀ ਹੈ ਤਾਂ ਕਿ ਪਰਿਵਾਰ ਬਾਅਦ ਦੇ ਵਿੱਚ ਉਸ ਮੁੰਡੇ ਦੀਆਂ ਤਸਵੀਰਾਂ ਦੇਖੇ, ਤੇ ਗੁਜ਼ਾਰਿਸ਼ ਕਰਦੀ ਹੈ ਕਿ ਇਸ ਇਨਸਾਨ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇ ਜਿਸ ਨੇ ਵਿਆਹੇ ਹੋਣ ਦੇ ਬਾਵਜੂਦ, ਬਾਪ ਬੱਚਿਆਂ ਦਾ ਹੈਗਾ ਉਸ ਦੇ ਬਾਵਜੂਦ ਮੈਨੂੰ ਸੁਪਨੇ ਦਿਖਾਏ, ਤੇ ਮੈਂ ਅੱਜ ਉਸ ਮੁੰਡੇ ਦੀ ਖਾਤਰ ਇਸ ਦੁਨੀਆ ਤੋਂ ਜਾ ਰਹੀ ਹਾਂ। ਤੇ ਉਸ ਤੋਂ ਬਾਅਦ ਉਹ ਕੁੜੀ ਆਪਣੀ ਚੁੰਨੀ ਦੇ ਨਾਲ ਫਾਹਾ ਲੈ ਕੇ ਸੁਸਾਈਡ ਕਰ ਲੈਂਦੀ ਆ ਤੇ ਹਮੇਸ਼ਾ ਲਈ ਆਪਣੀ ਜ਼ਿੰਦਗੀ ਖਤਮ ਕਰ ਲੈਂਦੀ ਆ। ਘਰ ਦੇ ਵਿੱਚ ਸੋਗ ਦਾ ਮਾਹੌਲ ਹੈ। ਬਿਨਾਂ ਸ਼ੱਕ ਇੱਕ 19 ਸਾਲ ਦੀ ਪਾਲ ਪੋਸ ਕੇ ਜਵਾਨ ਹੋਈ ਧੀ ਜਦੋਂ ਇਸ ਤਰੀਕੇ ਦਾ ਸਿਲਾ ਦੇ ਕੇ ਚਲੀ ਜਾਵੇ ਤੇ ਮਾਪਿਆਂ ਦੇ ਉੱਤੇ ਕੀ ਬੀਤਦੀ ਹੋਊਗੀ ਅਸੀਂ ਖੁਦ ਸਮਝ ਸਕਦੇ ਹਾਂ। ਇਸ ਵੇਲੇ ਪੁਲਿਸ ਪਹੁੰਚ ਚੁੱਕੀ ਹੋਈ ਆ ਉਹਨਾਂ ਦੇ ਘਰ ਦੇ ਵਿੱਚ। ਉਸ ਦੀ ਭੈਣ ਪੂਰੇ ਮਾਮਲੇ ਦੇ ਬਾਰੇ 'ਚ ਜਾਣਕਾਰੀ ਦੇ ਰਹੀ ਆ। ਉਹਨਾਂ ਦੀ ਭੈਣ ਕੀ ਕਹਿ ਰਹੀ ਆ ਉਹ ਸੁਣਦੇ ਹਾਂ। ਉਸ ਤੋਂ ਬਾਅਦ ਪੁਲਿਸ ਕਿਸ ਤਰੀਕੇ ਨਾਲ ਕਾਰਵਾਈ ਕਰ ਰਹੀ ਹੈ ਉਹ ਸੁਣਦੇ ਹਾਂ। ਉਹਦਾ ਮੁੰਡੇ ਕਿਸੇ ਨਾਲ ਅਫੇਅਰ ਚੱਲਦਾ ਸੀ, ਉਸ ਦੀ ਵਜ੍ਹਾ ਤੋਂ ਉਹਨੇ ਸੁਸਾਈਡ ਕੀਤਾ।
ਕਿੱਦਾਂ ਸੁਸਾਈਡ ਕੀਤਾ ਤੇ ਕਿੱਦਾਂ ਤੁਹਾਨੂੰ ਪਤਾ ਲੱਗਾ? ਮਤਲਬ ਕਿ 3 ਸਾਲ ਹੋ ਗਏ ਸੀ, 3-4 ਸਾਲ ਉਹਦੇ ਨਾਲ ਗੱਲ ਚੱਲਦੀ ਸੀ। ਪਹਿਲਾਂ ਇਹਨੇ ਮਤਲਬ ਕਾਫੀ ਦੇਰ ਤੋਂ ਝੂਠ ਬੋਲਦਾ ਰਿਹਾ ਕਿ ਮੈਂ ਮੈਰਿਜ ਤੇਰੇ ਨਾਲ ਕਰਵਾਉਣੀ ਆ, ਤੇ ਇਹ ਮੇਰੇ ਕੋਲ ਆਈ ਵੀ ਸੀ। ਤੇ ਉਸ ਤੋਂ ਬਾਅਦ ਇਹ ਹਫਤਾ ਇੱਕ ਰਹੀ, ਉਦੋਂ ਬਾਅਦ ਇਹਨੇ ਪਿੱਛੋਂ ਮੈਰਿਜ ਕਰਵਾ ਲਈ ਉਤੋਂ। ਫਿਰ ਇਹਨੂੰ ਲੋਕਾਂ ਤੋਂ ਪਤਾ ਚੱਲਿਆ ਕਿ ਉਹਨੇ ਮੈਰਿਜ ਕਰਵਾ ਲਈ ਆ, ਤੇ ਫਿਰ ਉਸ ਤੋਂ ਬਾਅਦ ਵੀ ਇਹ ਗੱਲ ਮਤਲਬ ਕਰਦਾ ਰਿਹਾ, ਉਹਨੂੰ ਕਹਿੰਦਾ ਰਿਹਾ ਵਾ ਕਿ ਨਹੀਂ ਮੈਂ ਮੈਰਿਜ ਨਹੀਂ ਕਰਵਾਈ ਵੀ। ਮੁੰਡੇ ਦਾ ਕੀ ਨਾਮ ਸੀ ਤੇ ਮੁੰਡਾ ਕਿੱਥੋਂ ਦਾ ਰਹਿਣ ਵਾਲਾ? ਜੋਬਨ ਕਿੱਥੋਂ ਦਾ ਰਹਿਣ ਕੋਟ ਵਾਲਾ? ਖਾਲਸਾ ਦਾ ਰਹਿਣ ਵਾਲਾ। ਜੀ। ਲੜਕੀ ਦੀ ਕਿੰਨੀ ਉਮਰ ਸੀ? 19 ਸਾਲ। ਲੜਕੀ ਕੁਵਾਰੀ ਸੀ? ਹਾਂਜੀ। ਕੀ ਵਾਅਦਾ ਕੀ ਕੀਤਾ ਸੀ ਉਹਨੇ? ਵਾਅਦਾ ਉਹਨੇ ਇਹੀ ਕੀਤਾ ਕਿ ਮੈਂ ਤੇਰੇ ਨਾਲ ਮੈਰਿਜ ਕਰਵਾਉਂਗਾ, ਜੀ। ਤੇ ਪਰ ਉਹ ਤੋਂ ਚੋਰੀ ਉਹਨੇ ਮਤਲਬ ਕਿ ਕਿਤੇ ਹੋਰ ਵਿਆਹ ਕਰਵਾ ਲਿਆ। ਤੁਹਾਨੂੰ ਇਹ ਸਾਰੀ ਗੱਲ ਲੜਕੀ ਨੇ ਆਪ ਦੱਸੀ ਸੀ ਜਾਂ ਕਿੱਦਾਂ ਪਤਾ ਲੱਗਾ? ਹਾਂਜੀ, ਮੈਨੂੰ ਦੱਸੀ ਸੀ ਉਹਨੇ। ਤਾਂ ਅੱਜ ਜਦੋਂ ਸੁਸਾਈਡ ਕੀਤਾ, ਕਦੋਂ ਸੁਸਾਈਡ ਕੀਤਾ ਉਹਨੇ ਤੇ ਕਿਸ ਤਰ੍ਹਾਂ ਕੀਤਾ? ਅੱਜ ਮਤਲਬ ਮੰਮੀ ਹੁਣੀ ਤੇ ਘਰੇ ਹੈ ਨਹੀਂ ਸੀ, ਮਤਲਬ ਕਿ ਸਾਡੇ ਘਰੇ ਫੰਕਸ਼ਨ ਸੀ, ਉੱਥੇ ਆਏ ਸੀਗੇ। ਤੇ ਮੈਨੂੰ ਫੋਨ ਤੇ ਮੇਰੀ ਗੱਲ ਹੋਈ, ਕਹਿੰਦੀ ਕਿ ਮੈਂ ਆਣਾ ਵਾ, ਤੇ ਮੈਨੂੰ ਫੋਨ ਤੇ ਨੇ ਇਹੀ ਗੱਲ ਕਹੀ ਮੈਂ ਆਣਾ, ਤੇ ਪਰ ਬਾਅਦ ਵਿੱਚ ਉਹ ਆਈ ਨਹੀਂ ਨਾਲ। ਤੇ ਫਿਰ ਲਾਗੋ ਸਾਨੂੰ ਜਿਹੜੇ ਮਤਲਬ ਗਵਾਂਢੀ ਸੀ ਉਹਨਾਂ ਨੇ ਫੋਨ ਕੀਤਾ ਜੀ। ਕਿ ਉਹ ਮਤਲਬ ਇਦਾਂ ਉਹਨੇ ਮਤਲਬ ਗਲ 'ਚ ਚੁੰਨੀ ਪਾ ਕੇ ਫਾਹ ਲੈ ਲਿਆ ਵਾ। ਲੜਕੀ ਦੀ ਕਦੀ ਫੋਨ ਤੇ ਗੱਲ ਹੁੰਦੀ ਸੀ ਹੁਣ ਮੁੰਡੇ ਨਾਲ? ਉਹਦੇ ਬਾਰੇ ਜਾਣਕਾਰੀ ਹੋਈ ਕੋਈ? ਹਾਂਜੀ ਹਾਂਜੀ, ਫੋਨ ਹੈਗਾ, ਉਹਦੀਆਂ ਰਿਕਾਰਡਿੰਗਾਂ ਹੈਗੀਆਂ, ਸਭ ਕੁਝ ਹੈਗਾ ਵਾ। ਜੀ ਜੀ। ਅੱਜ ਕੋਈ ਲਾਸਟ ਟਾਈਮ ਗੱਲ ਹੋਈ ਹੋਵੇ? ਹਾਂਜੀ, ਕਾਲਸ 7 ਆਈਆਂ ਹੋਈਆਂ ਉੱਪਰ, ਹਾਲੇ ਵੀ ਹੈਗੀਆਂ ਵਾ, ਫੋਨ ਕੋਲ ਆ। ਠੀਕ। ਕੀ ਮੰਗ ਕੀ ਕਰਦੇ? ਇਨਸਾਫ ਚਾਹੀਦਾ ਸਾਨੂੰ। ਤੇ ਆ ਇਹਦੇ ਬਾਪ ਨੇ ਲੜਕੀ ਆ ਨੀਤੀ ਗਿੱਲ, ਇਹਨੇ ਦੱਸਿਆ ਵੀ ਮੈਂ ਸ਼ੰਮੀ ਘਰ ਆਇਆ ਤੇ ਕੁੰਡੇ ਵੱਜੇ ਸੀ, ਜਦੋਂ ਅੰਦਰ ਆ ਕੇ ਵੇਖਿਆ ਤੇ ਉਹਦੀ ਲੜਕੀ ਲਟਕ ਰਹੀ ਸੀ। ਤੇ ਉਹਨਾਂ ਲਾ ਲਿਆ ਉਹਨੂੰ, ਵੇਖਿਆ ਕਿ ਉਹਦੀ ਮੌਤ ਹੋ ਚੁੱਕੀ ਹੈ। ਸਾਨੂੰ ਇਤਲਾਹ ਦਿੱਤੀ, ਅਸੀਂ ਇੱਥੇ ਆਏ ਹਾਂ, ਵੈਰੀਫਾਈ ਕਰ ਰਹੇ ਹਾਂ, ਜੋ ਕਾਰਵਾਈ ਬਣਦੀ ਉਹ ਕਰਦੇ। ਅਫੇਅਰ ਦਾ ਕਾਰਨ ਦੱਸਿਆ ਜਾ ਰਿਹਾ, ਕਿਸੇ ਲੜਕੇ ਨਾਲ ਗੱਲਬਾਤ ਦੱਸੀ ਜਾ ਰਹੀ? ਹਾਂ, ਵੈਰੀਫਾਈ ਕਰ ਲੈਂਦੇ ਹਾਂ, ਜੋ ਵੀ ਇਹ ਕਹਿਣਗੇ। ਜੀ ਜੀ। ਕੀ ਕਾਰਵਾਈ ਕੀ ਅਮਲ 'ਚ ਲਿਆਂਦੀ ਜਾ ਰਹੀ? ਹਾਂ, ਜੋ ਇਹ ਆਪਣਾ ਬਿਆਨ ਲਿਖਾਉਣਗੇ ਉਸੇ ਆਧਾਰ ਤੇ ਕਾਰਵਾਈ ਕਰ ਦਿੱਤੀ ਜਾਵੇਗੀ। ਆਡੀਓ ਵੀ ਕੋਈ ਸਾਹਮਣੇ ਆਈ ਹੈ ਹਜੇ ਤੱਕ? ਨਹੀਂ, ਜੋ ਵੀ ਹੈਗਾ, ਜੋ ਮੈਨੂੰ ਸਬੂਤ ਦੇਣਗੇ ਉਹਦੇ ਹਿਸਾਬ ਨਾਲ ਜੋ ਬਣਦੀ ਕਾਰਵਾਈ ਉਹ ਕੀਤੀ ਜਾਏਗੀ। ਸੋ ਪੂਰਾ ਮਾਮਲਾ ਤੁਸੀਂ ਸੁਣਿਆ। ਇਹ ਇਦਾਂ ਦੀਆਂ ਖਬਰਾਂ ਜਿਹੜੀਆਂ ਲਗਾਤਾਰ ਅਖਬਾਰਾਂ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ, ਤੇ ਹੁਣ ਮੰਜ਼ਰ ਇਹ ਬਣ ਚੁੱਕਿਆ, ਇਹ ਖਬਰਾਂ ਇੰਨੀ ਵਾਰ ਰਿਪੀਟ ਹੋਣ ਲੱਗ ਗਈਆਂ, ਇੰਨੀ ਜਗ੍ਹਾ ਤੇ ਇਦਾਂ ਦੀਆਂ ਘਟਨਾਵਾਂ ਵਾਪਰਨ ਲੱਗ ਪਈਆਂ ਕਿ ਅਸੀਂ ਅਖਬਾਰ ਦਾ ਪੰਨਾ ਪਲਟਦੇ ਹਾਂ, ਮਹਿਜ਼ ਖਬਰ ਵਾਂਗ ਦੇਖਦੇ ਹਾਂ, ਤੇ ਉਸ ਤੋਂ ਬਾਅਦ ਅਗਲਾ ਪੰਨਾ ਪਲਟ ਦਿੰਦੇ ਹਾਂ ਤੇ ਇਹੋ ਜਿਹੀਆਂ ਖਬਰਾਂ ਨੂੰ ਭੁੱਲ ਜਾਂਦੇ ਹਾਂ। ਪਰ ਕਿੰਨੇ ਵੱਡੇ ਸਵਾਲ ਖੜੇ ਹੁੰਦੇ ਆ, ਕਿੰਨੀ ਜ਼ਿਆਦਾ ਸੋਚਣ ਵਾਲੀ ਗੱਲ ਹੈ ਕਿ 19 ਸਾਲ ਬਹੁਤ ਛੋਟੀ ਉਮਰ, ਖਾਸ ਤੌਰ ਤੇ ਜਦੋਂ ਪੜ੍ਹਨਾ ਹੁੰਦਾ ਹੈ, ਜ਼ਿੰਦਗੀ 'ਚ ਕੁਝ ਬਣਨ ਦੇ ਸੁਪਨੇ ਦੇਖਣੇ ਹੁੰਦੇ ਆ, ਔਰ ਕੁਝ ਬਣ ਕੇ ਆਪਣੇ ਪੈਰਾਂ 'ਤੇ ਖੜੇ ਹੋ ਕੇ ਤੁਸੀਂ ਹਮਸਫਰ ਦੇ ਸੁਪਨੇ ਦੇਖਣੇ ਹੁੰਦੇ ਆ। ਉਹ ਸਾਰੀਆਂ ਚੀਜ਼ਾਂ ਤੋਂ ਭੁੱਲ ਕੇ ਜਵਾਨੀ ਦੇ ਵਿੱਚ ਪੈਰ ਧਰਦਿਆਂ ਸਾਰੀ, ਚਾਹੇ ਉਹ ਕੁੜੀਆਂ ਹੋਣ ਚਾਹੇ ਮੁੰਡੇ, ਕਿੰਨੀ ਜਲਦੀ ਇੱਦਾਂ ਦੇ ਸੁਪਨੇ ਦੇਖਣ ਲੱਗਦੇ ਆ, ਜਿਹੜਾ ਕਿ ਇੱਕ ਪੜਾਅ ਦੇ ਉੱਤੇ ਆ ਕੇ ਕੁਝ ਚੀਜ਼ਾਂ ਉਸ ਤੋਂ ਪਹਿਲਾਂ ਬਹੁਤ ਕਰਨੀਆਂ ਜ਼ਰੂਰੀ ਹੁੰਦੀਆਂ, ਉਹਨਾਂ ਨੂੰ ਛੱਡ ਕੇ ਸਿੱਧਾ ਹੀ ਸੁਪਨੇ ਦੇਖਣ ਲੱਗ ਜਾਂਦੇ ਆ। ਸਵਾਲ ਇਹ ਖੜੇ ਹੁੰਦੇ ਆ ਕਿ ਇਹਦਾ ਜ਼ਿੰਮੇਵਾਰ ਕੌਣ ਹੈ? ਸਕੂਲ, ਕਾਲਜ, ਮਾਪੇ, ਸਾਡਾ ਆਸੇ-ਪਾਸੇ ਵਾਲਾ ਵਾਤਾਵਰਨ, ਜਾਂ ਫਿਰ ਜਿਹੜਾ ਇੱਕ ਆਮ ਹੀ ਚੀਜ਼ ਚੱਲਦੀ ਹੈ ਕਿ ਸੱਭਿਆਚਾਰ ਦੇ ਨਾਮ ਦੇ ਉੱਤੇ ਗਾਣਿਆਂ ਦੇ ਵਿੱਚ, ਫਿਲਮਾਂ ਦੇ ਵਿੱਚ, ਨਾਟਕਾਂ ਦੇ ਵਿੱਚ ਕੀ ਕੁਝ ਸਾਨੂੰ ਪਰੋਸਿਆ ਜਾ ਰਿਹਾ, ਕਿ ਇਹ ਸਾਰੇ ਚੀਜ਼ਾਂ ਕਾਰਨ ਨੇ? ਇੱਥੇ ਬਹੁਤ ਜ਼ਰੂਰੀ ਆ ਕਿ ਇਸ ਵੇਲੇ ਇਹਨਾਂ ਸਾਰੀਆਂ ਚੀਜ਼ਾਂ ਦੇ ਵੱਲ ਧਿਆਨ ਦਿੱਤਾ ਜਾਵੇ, ਔਰ ਬੇਹੱਦ ਜ਼ਰੂਰੀ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰ ਪਾਉਂਦੇ, ਆਪਣੀ ਜ਼ਿੰਦਗੀ ਨੂੰ ਪਿਆਰ ਨਹੀਂ ਕਰ ਪਾਉਂਦੇ, ਔਰ ਆਪਣੇ ਲਈ ਕੋਈ ਸੁਪਨੇ ਨਹੀਂ ਦੇਖ ਸਕਦੇ, ਔਰ ਆਪਣੀ ਜ਼ਿੰਦਗੀ ਦਾ ਕਿਸੇ ਇਨਸਾਨ ਦੇ ਲਈ, ਮਹਿਜ਼ ਜਿਹਦੇ ਨਾਲ ਤੁਹਾਡਾ 2, 4, 5, 7 ਸਾਲ ਦਾ ਰਿਸ਼ਤਾ, ਉਹਦੇ ਲਈ ਆਪਣੀ ਜ਼ਿੰਦਗੀ ਦਾ ਹਸ਼ਰ ਹੀ ਕਰਦੇ ਆ, ਤੇ ਤੁਸੀਂ ਕਹਿ ਕਿਵੇਂ ਸਕਦੇ ਹੋ ਕਿ ਤੁਸੀਂ ਕਿਸੇ ਨੂੰ ਬੇਹੱਦ ਪਿਆਰ ਕਰਦੇ ਹੋ, ਜਦ ਕਿ ਤੁਸੀਂ ਆਪਣੇ ਸਰੀਰ ਨੂੰ, ਆਪਣੀ ਜ਼ਿੰਦਗੀ ਨੂੰ, ਆਪਣੇ ਮਾਪਿਆਂ ਨੂੰ, ਆਪਣੇ ਸੁਪਨਿਆਂ ਨੂੰ ਪਿਆਰ ਨਹੀਂ ਕਰ ਸਕੇ। ਸੋ ਇੱਦਾਂ ਦੇ ਸਵਾਲ ਬੇਹੱਦ ਖੜੇ ਹੁੰਦੇ ਆ ਕਿ ਬਹੁਤ ਛੋਟੀ ਏਜ ਦੇ ਵਿੱਚ ਇੱਦਾਂ ਦੀਆਂ ਖਬਰਾਂ ਆਮ ਸੁਣਨ ਨੂੰ ਮਿਲਦੀਆਂ ਕਿ ਕਿਸੇ ਨੌਜਵਾਨ ਨੇ ਸੁਸਾਈਡ ਕਰ ਲਿਆ, ਕਿਸੇ ਮੁਟਿਆਰ ਨੇ ਸੁਸਾਈਡ ਕਰ ਲਿਆ, ਤੇ ਉਹਦੀ ਵਜ੍ਹਾ ਪਿਆਰ ਜਾਂ ਪ੍ਰੇਮ ਸੰਬੰਧ ਜਾਂ ਫਿਰ ਨਜਾਇਜ਼ ਸੰਬੰਧ, ਜਿਹਦੇ ਵਿੱਚ ਬਹੁਤੀ ਵਾਰ ਜਾਤ-ਪਾਤ ਆੜੇ ਆਉਂਦੀ ਆ, ਧਰਮ ਆੜੇ ਆਉਂਦਾ, ਪਰਿਵਾਰਾਂ ਦੀ ਜਿਹੜੀ ਕਹਿ ਸਕਦੇ ਹਾਂ ਕਿ ਅਸਹਿਮਤੀ ਆੜੇ ਆਉਂਦੀ ਆ। ਪਰ ਇਹਦੇ ਵਿੱਚ ਬੱਚੇ ਸਮਝਣ ਨੂੰ ਤਿਆਰ ਨਹੀਂ ਹੁੰਦੇ ਕਿ ਇਸ ਪੜਾਅ 'ਤੇ ਪਹੁੰਚਣ ਤੋਂ ਪਹਿਲਾਂ ਹੋਰ ਬੇਹੱਦ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ। ਤੁਹਾਡੀ ਸਿਹਤ ਜ਼ਰੂਰੀ ਹੁੰਦੀ ਆ, ਤੁਹਾਡੇ ਆਪਣੀ ਪੜ੍ਹਾਈ ਨੂੰ ਲੈ ਕੇ, ਆਪਣੇ ਕਰੀਅਰ ਨੂੰ ਲੈ ਕੇ, ਜ਼ਿੰਦਗੀ 'ਚ ਕੁਝ ਬਣ ਜਾਣ ਨੂੰ ਲੈ ਕੇ, ਆਪਣੇ ਪੈਰਾਂ 'ਤੇ ਖੜੇ ਹੋਣ ਨੂੰ ਲੈ ਕੇ ਬੇਹੱਦ ਵੱਡੇ ਸੁਪਨੇ ਹੁੰਦੇ ਆ। ਜੇ ਅਸੀਂ ਉਹ ਅਣਦੇਖੇ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਕਿਸੇ ਨੂੰ ਲਿਆ ਕੇ ਅਸੀਂ ਕਹਿੰਦੇ ਆ ਕਿ ਪਰਿਵਾਰ ਜਿਸ ਨੇ ਸਾਨੂੰ ਪਾਲਿਆ ਪੋਸਿਆ, ਜਿਸ ਨੇ ਸਾਨੂੰ ਵੱਡੇ ਕੀਤਾ, ਜਿਸ ਨੇ ਸਾਨੂੰ ਸੁਪਨੇ ਦੇਖਣ ਦੇ ਕਾਬਿਲ ਬਣਾਇਆ, ਤੇ ਜਿਸ ਨੇ ਸਾਨੂੰ ਇਸ ਕਾਬਿਲ ਬਣਾਇਆ ਕਿ ਆਪਣੀਆਂ ਤੰਗੀਆਂ ਤੋਸ਼ੀਆਂ 'ਚੋਂ ਪੈਸੇ ਕੱਢ ਕੇ ਸਾਨੂੰ ਫੀਸਾਂ ਭਰ ਕੇ ਪੜ੍ਹਾਇਆ ਤਾਂ ਕਿ ਤੁਸੀਂ ਕੁਝ ਬਣ ਸਕੋ ਤੇ ਕੁਝ ਬਿਹਤਰ, ਕੁਝ ਬਹੁਤ ਸੋਹਣਾ ਆਪਣੀ ਜ਼ਿੰਦਗੀ 'ਚ ਕਰ ਸਕੋ ਤੇ ਬਹੁਤ ਬਿਹਤਰ ਹਮਸਫਰ ਲੱਭ ਸਕੋ, ਉਹ ਸਾਰਾ ਕੁਝ ਪਾਸੇ ਕਰਕੇ ਕਿਸੇ ਦੇ ਲਈ ਆਪਣੀ ਜ਼ਿੰਦਗੀ ਨੂੰ ਇਸ ਕਦਰ ਦਾਅ 'ਤੇ ਲਾ ਦੇਣਾ ਬੜੇ ਵੱਡੇ ਸਵਾਲ ਖੜਾ ਕਰਦਾ ਹੈ।
ਔਰ ਇਹ ਸਵਾਲ ਸਭ ਦੇ ਸਨਮੁਖ ਆ, ਸਮਾਜ ਦੇ ਸਨਮੁਖ ਆ, ਸਾਡੇ ਸਾਰੇ ਵਾਤਾਵਰਣ ਦੇ ਸਨਮੁਖ ਆ। ਔਰ ਜਿਸ ਤਰੀਕੇ ਦਾ ਸਭ ਕੁਝ ਸੱਭਿਆਚਾਰ ਦੇ ਨਾਮ ਤੇ ਪਰੋਸਿਆ ਜਾ ਰਿਹਾ ਗਾਣਿਆਂ ਦੇ ਵਿੱਚ ਕਿ 18 ਸਾਲ ਦੇ ਮੁੰਡੇ ਨੇ ਆਹ ਕਰਦਾ, 21 ਸਾਲ ਦੇ ਮੁੰਡੇ ਨੂੰ ਬਾਈ ਬਾਈ ਦੁਨੀਆ ਕਹਿੰਦੀ ਆ, ਔਰ ਕੁੜੀਆਂ ਦੇ ਉੱਤੇ ਕਿਵੇਂ ਦੇ ਗਾਣੇ ਆ ਕਿ 18 ਸਾਲ ਦੀ ਕੁੜੀ ਦੇ ਸਰੀਰ ਨੂੰ ਲੈ ਕੇ ਤਾਰੀਫਾਂ ਹੁੰਦੀਆਂ ਕਿ ਉਹਨੇ ਪਤਾ ਨਹੀਂ ਕਿੰਨਾ ਕੁਝ ਕਰ ਦਿੱਤਾ ਔਰ ਕਿੰਨੇ ਲੋਕਾਂ ਦੇ ਹੋਸ਼ ਭੁਲਾ ਦਿੱਤੇ ਆ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਬਿਨਾਂ ਸ਼ੱਕ ਜ਼ਰੂਰ ਕਾਰਨ ਹੈ ਜਿਹੜੇ ਬਹੁਤ ਜਲਦੀ ਉਹ ਨੌਜਵਾਨਾਂ ਨੂੰ ਸੁਪਨੇ ਦੇਖਣ ਲਾ ਦਿੰਦੇ ਨੇ ਜਿਹੜੇ ਸੁਪਨੇ ਕਿਸੇ ਪੜਾਅ 'ਤੇ ਜਾ ਕੇ ਦੇਖਣੇ ਹੁੰਦੇ ਨੇ। ਉਸ ਤੋਂ ਪਹਿਲਾਂ ਜੋ ਬਹੁਤ ਕੁਝ ਜ਼ਰੂਰੀ ਆ ਉਹ ਕਦੇ ਪਰੋਸਿਆ ਨਹੀਂ ਜਾਂਦਾ। ਸੋ ਇਹ ਚੀਜ਼ਾਂ ਸਾਡੇ ਸਾਹਮਣੇ ਸਵਾਲ ਖੜੇ ਕਰਦੀਆਂ ਨੇ, ਸੋਚਣ ਲਈ ਮਜਬੂਰ ਕਰਦੀਆਂ ਨੇ। ਹਾਲ ਦੀ ਘੜੀ ਉਸ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਰੀਕ ਹਾਂ ਜਿਸ ਪਰਿਵਾਰ ਦੀ ਨੌਜਵਾਨ ਜਿਹੜੀ ਆ ਕੁੜੀ ਇਸ ਦੁਨੀਆ ਤੋਂ ਚਲੀ ਗਈ ਆ, ਔਰ ਜਿਸ ਮੁੰਡੇ ਦੇ ਲਈ ਉਹਨੇ ਕਿਹਾ ਉਹਦੇ ਲਈ ਵੀ ਇੱਕ ਵੱਡਾ ਸਵਾਲ ਹੈ ਕਿ ਜੇ ਤੁਸੀਂ ਵਿਆਹੇ ਹੋਏ ਹੋ, ਤੁਸੀਂ ਆਪਣੇ ਪਰਿਵਾਰ ਨਾਲ ਲਾਇਲ ਨਹੀਂ ਹੋ, ਤੁਹਾਡੇ ਘਰ ਦੇ ਵਿੱਚ ਬੱਚੇ ਆ, ਤੇ ਕਿਸੇ ਕੁੜੀ ਨੂੰ ਸੁਪਨੇ ਦਿਖਾਉਣ ਦਾ ਹੱਕ ਤੁਹਾਡੇ ਕੋਲੇ ਹਰਗਿਜ਼ ਨਹੀਂ ਆ। ਇਸ ਤਰੀਕੇ ਦੀਆਂ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਔਨ ਏਅਰ ਦੇ ਨਾਲ। ਫਿਲਹਾਲ ਦਿਓ ਇਜਾਜ਼ਤ, ਸ਼ੁਕਰੀਆ।